गुरु जी का खालसा वाहिगुरु जी की फतेह। सतनाम श्री वाहिगुरु साहिब जीओ। श्री राग महला पंजवा। भलके उठ पपोलीए बिन बुझे मुगदे अजान। सो प्रभ चेतन आयो छुटैगी बेबान। सतगुर सेती चित लाए सदा सदा रंगमान। प्राणी तू आया लाह लैन। लगा कित कुफकड़े सा मुकदी चली रैन। प्राणी तू आया लाह लैन। लगा कित कुफकड़ सा मुकदी चली रैन। वाहिगुरु। ये पवित्र वचन पंजवें पातशाह शहीदां दे सिरताज छतर चबर तख्त दे मालक आप परमेश्वर धन धन श्री गुरु अर्जन देव महाराज जी दे उचारण कीते होए। धन धन श्री ग्रंथ साहिब महाराज जी दे पवित्र अंग 43 उपर सुभाएमान हन। इन्हां पवित्र बचनां राही धन धन श्री गुरु ग्रंथ साहिब जी महाराज की बख्शिश करते हैं। शब्द की रहाव वाली पंक्ति है, प्राणी तू आया लाहा लैन। लगा कित कुफकड़े सा मुकदी चली रहन। मनुख नूं समझाउंदे हन कि हे मनुख, तैनू मनुख क्यों बनाया गया? तेरे वर्गियां ही रूहां दूसरे सारे 84 लख जूनां विच हन। रूह सब दी इक्को ही आ, आत्मा। पर मनुख नूं मानस जामे नूं 84 लख जून दा राजा बनाया गया, सिरताज बनाया गया। इस धरती में तेरी सिकदारी, अबर जोन तेरी पनिहारी। अब तू सीज भावें नहीं सीजै, कार सबरै मन प्रभ ध्याईजै। तो मानस जामे नूं वडियाई दिती गई है। मात लोक दा ये राजा है, परमेश्वर राजे दा पुत्र है, राजकुमार है। और परमेश्वर चाहुंदा है कि ये जीव मेरे कोल आ जावे, मेरे विच मिल जावे। जिवें प्रीतम दा बचन है, तुम घर आवो मेरे मीत। तुमरे दोखी हर आप निवारे, अपदा भई बतीत। ਹੁਣ ਆਪਣੇ ਘਰੇ ਜਾਣ ਵਾਸਤੇ ਸਤਿਗੁਰਾਂ ਨੇ ਸਾਨੂੰ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਰਾਹੀਂ ਗਾਈਡ ਕੀਤਾ ਹੈ ਕਿ ਤੂੰ ਆਪਣੇ ਘਰੇ ਜਾ। ਮੁਕਾਮ ਤਾਂ ਕਰ ਜਾਣੀਐ, ਮੁਕਾਮ ਤਾਂ ਪਰ ਜਾਣੀਐ ਜਾਂ ਰਹਿ ਨਿਹਚਲ ਲੋਕ। ਅਸੀਂ ਇਸ ਸੰਸਾਰ ਨੂੰ ਆਪਣਾ ਪੱਕਾ ਮੁਕਾਮ, पक्का अड्डा मन के बैठे हाँ। पर सतगुरु पातशाह जी कहते ये केवल सरां दी न्याई है।
ਉਹ ਸਦਾ ਰਹਿਣ ਵਾਲਾ ਜਿਹੜਾ ਲੋਕ ਹੈ ਸੱਚਖੰਡ, ਉਹ ਤੇਰਾ ਅਸਲੀ ਮੁਕਾਮ ਹੈ। ਤੂੰ ਉੱਥੇ ਜਾਣਾ ਹੈ, ਜਾਣ ਦੀਆਂ ਤਿਆਰੀਆਂ ਕਰ। ਪਰ ਇਹ ਮਨੁੱਖ ਇੱਥੇ ਹੀ ਚਿੱਤ ਲਾ ਕੇ ਬੈਠ ਗਿਆ ਹੈ। ਪਾਤਸ਼ਾਹ ਜੀ ਕਹਿੰਦੇ, ਜਿਸ ਘਰ ਜਾਏ ਤੁਝ ਵਰਤਨਾ ਤਿਸ ਕੀ ਚਿੰਤਾ ਨਾਹੀਂ। ਉਸ ਘਰ ਦੀ ਤੂੰ ਚਿੰਤਾ ਨਹੀਂ ਕਰਦਾ ਜਿਸ ਘਰ ਵਿੱਚ ਸਦਾ ਰਹਿਣਾ ਹੈ। ਤੇ ਮਾਤ ਲੋਕ ਦੇ ਵਿੱਚ ਤੂੰ ਬੜਾ ਚਿੱਤ ਲਾਇਆ। ਮਨੁੱਖ ਨੂੰ ਕਹਿਣ ਲੱਗੇ, ਸ਼ਬਦ ਦੀ ਆਰੰਭਤਾ ਕਰਦੇ ਹਨ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸ਼੍ਰੀ ਰਾਗ ਮਹੱਲਾ ਪੰਜਵਾ। ਭਲਕੇ ਉਠ ਪਪੋਲੀਐ ਬਿਨ ਬੁੱਝੇ ਮੁਗਧ ਅਜਾਨ। ਮੁਗਧ ਹੁੰਦਾ ਹੈ ਜਿਵੇਂ ਕੋਈ ਨਸ਼ਾ ਪੀ ਲਵੇ ਤੇ ਉਹਨੂੰ ਅਕਲ ਨਹੀਂ ਰਹਿੰਦੀ, ਹੋਸ਼ ਨਹੀਂ ਰਹਿੰਦਾ, ਉਹਨੂੰ ਕਹਿੰਦੇ ਆ ਮੁਗਧ। ਪਾਤਸ਼ਾਹ ਜੀ ਕਹਿੰਦੇ ਮਨੁੱਖ ਐਸਾ ਸੰਸਾਰ ਦੇ ਮੋਹ ਮਾਇਆ ਮਮਤਾ ਦੇ ਨਸ਼ੇ ਵਿੱਚ ਮੁਗਧ ਹੋਇਆ ਹੈ ਕਿ ਇਹਨੂੰ ਸਮਝ ਹੀ ਨਹੀਂ ਆ ਰਹੀ ਮੈਂ ਲੈਣ ਕੀ ਆਇਆ ਤੇ ਮੇਰਾ ਕੰਮ ਕੀ ਹੈ। ਤੜਕੇ ਉੱਠਦਿਆਂ ਹੀ ਪਰਿਵਾਰ ਦੀ, ਬੱਚਿਆਂ ਦੀ ਪਲੋਸਾ ਪਲਾਸੀ, ਪਾਲਣਾ ਪੋਸ਼ਣਾ ਤੇ ਫਿਰ ਸ਼ੁਰੂ ਹੋ ਜਾਂਦਾ ਹੈ। ਕੋ ਸਤਨਾਮ ਸ੍ਰੀ। ਭਲਕੇ ਉੱਠ ਪਪੋਲੀ ਹੈ। ਪਪੋਲਣਾ ਹੁੰਦਾ ਜਿਵੇਂ ਤੜਕੇ ਆਪਾਂ ਛੋਟੇ ਬੱਚੇ ਨੂੰ ਉਠਾਉਣੇ ਆ, ਪਲੋਸ ਕੇ ਪਿਆਰ ਕਰਕੇ, ਉੱਠ ਪੁੱਤ ਟਾਈਮ ਹੋ ਗਿਆ, ਖੜਾ ਹੋ ਜਾ। ਭਾਵ ਰਾਤ ਨੂੰ ਥੱਕ ਟੁੱਟ ਕੇ ਸਾਰਾ ਦਿਨ ਧੰਦੇ ਕਰਕੇ ਮੰਜੇ ਤੇ ਡਿੱਗ ਪੈਂਦਾ, ਤੜਕੇ ਫੇਰ ਉਸੇ ਕੰਮ ਚੱਲ ਪੈਂਦਾ। ਕੋ ਸਤਨਾਮ ਸ੍ਰੀ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾਹੇ ਰੇ। ਫਿਰ ਤੈਨੂੰ ਪਛਤਾਉਣਾ ਪੈਣਾ ਹੈ। ਇਸ ਕਰਕੇ ਇੱਕ ਹੋਰ ਬਚਨ ਯਾਦ ਆਇਆ, ਭਰਨ ਪੋਖਣ ਸੰਗ ਔਧ ਬਿਹਾਣੀ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਤੜਕੇ ਉੱਠਦਿਆਂ ਹੀ ਫੇਰ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਪਾਲਣ ਪੋਸ਼ਣ ਦੀਆਂ ਵਿਉਂਤਾਂ ਬਣਾਉਂਦਾ ਹੈ, ਪਰ ਉੱਠ ਕੇ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਪਹਿਲਾਂ। ਕੋ ਸਤਨਾਮ ਸੀ। ਭਾਵੇਂ ਕਿ ਗ੍ਰਸਤੀ ਜੀਵਨ ਦੇ ਫਰਜ਼ਾਂ ਨੂੰ ਇਹ ਨਹੀਂ ਮਤਲਬ ਕਿ ਭੱਜ ਜਾਣਾ ਛੱਡ ਕੇ, ਆਪਾਂ ਭੱਜਦੇ ਸੀ ਗ੍ਰਸਤੀ ਛੱਡ ਕੇ, ਜੀਵਨ ਛੱਡ ਕੇ। ਗੋਰਖਨਾਥ ਵਰਗੇ ਉਹਨਾਂ ਨੂੰ ਝਿੜਕਿਆ ਔਰ ਸੰਸਾਰ ਨੂੰ ਦੱਸਿਆ ਕਿ ਗ੍ਰਸਤੀ ਜੀਵਨ ਉੱਤਮ ਹੈ ਸਭ ਤੋਂ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਬੰਦਾ ਇਹ 'ਚ ਖਚਤ ਹੋ ਜਾਵੇ ਤੇ ਪਰਮੇਸ਼ਰ ਨੂੰ ਭੁੱਲ ਜਾਵੇ। ਜਿਵੇਂ ਕਿਸ਼ਤੀ ਪਾਣੀ ਤੋਂ ਬਗੈਰ ਨਹੀਂ ਚੱਲਦੀ ਤੇ ਸ੍ਰਿਸ਼ਟੀ ਮਾਇਆ ਨਾਲ ਹੀ ਚੱਲਦੀ ਹੈ। ਕੋ ਸਤਨਾਮ ਸ੍ਰੀ। ਪਰਮੇਸ਼ਰ ਚਲਾਉਣ ਵਾਲਾ ਹੈ। ਪਰ ਜੇ ਉਹੀ ਪਾਣੀ ਕਿਸ਼ਤੀ ਦੇ ਵਿੱਚ ਭਰ ਜਾਵੇ ਫਿਰ ਕਿਸ਼ਤੀ ਨੂੰ ਡੋਬ ਦਿੰਦਾ। ਕੋ ਸਤਨਾਮ ਸ੍ਰੀ। ਠੀਕ ਹੈ, ਗ੍ਰਸਤੀ ਜੀਵਨ ਮਾਇਆ ਨਾਲ ਚੱਲਣਾ ਹੈ, ਪਰ ਜਦੋਂ ਇਹ ਮਾਇਆ ਹੀ ਸਾਰੇ ਦਿਮਾਗ ਵਿੱਚ ਭਰ ਜਾਵੇ, ਰੱਬ ਨਿਕਲ ਹੀ ਜਾਵੇ ਤੇ ਫਿਰ ਉਹ ਜੀਵਨ ਡੁੱਬ ਜਾਂਦਾ। ਕੋ ਸਤਨਾਮ ਸ੍ਰੀ। ਜੇ ਕੇਵਲ ਤੇ ਕੇਵਲ ਮਨੁੱਖ ਦੇ ਦਿਮਾਗ ਵਿੱਚ ਮਾਇਆ ਹੀ ਮਾਇਆ ਹੋਵੇ, ਇੱਧਰੋਂ ਕਿਵੇਂ ਆਵੇ, ਇੱਧਰੋਂ ਕਿਵੇਂ ਆਵੇ, ਇੱਧਰੋਂ ਕਿਵੇਂ ਕਮਾਈ ਕਰਾਂ, ਜੇ ਸਾਡੇ ਦਿਮਾਗ 'ਚੋਂ ਪਰਮੇਸ਼ਰ ਦਾ ਨਾਮ ਨਿਕਲ ਗਿਆ ਔਰ ਕੇਵਲ ਤੇ ਕੇਵਲ 99 ਦੇ ਚੱਕਰ 'ਚ ਪੈ ਗਿਆ, ਜੋੜਦਾ ਰਹਿੰਦਾ 97 98 99, ਇੱਕ ਹੋਰ ਬਣ ਜੇ 100 ਹੋ ਗਿਆ, ਇਹਨੂੰ ਜਮ੍ਹਾਂ ਕਰ ਦਿਓ, ਫਿਰ ਨਵਾਂ ਚੱਲ ਪੈਂਦਾ ਕੰਮ। ਇਹਨੂੰ ਕਹਿੰਦੇ 99 ਚੱਕਰ 'ਚ ਪੈਣਾ। ਤੋ ਇਸ ਤਰ੍ਹਾਂ ਗੁਰੂ ਪਿਆਰਿਓ ਦੱਸਦੇ ਆ ਕਿ ਜ਼ਿਮੀਂਦਾਰ ਪਰਿਵਾਰ ਖੇਤਾਂ 'ਚ ਰਹਿਣ ਵਾਲਾ ਬੜੇ ਪਿਆਰ ਦੇ ਨਾਲ ਗਰੀਬੀ ਦੇ ਵਿੱਚ ਆਪਣੀ ਕਿਰਤ ਕਮਾਈ ਕਰਕੇ ਵਧੀਆ ਆਰਾਮ ਨਾਲ ਸੌਂਦੇ ਸੀ। ਕਿਸੇ ਅਮੀਰ ਨੇ ਉਹਨਾਂ ਦੇ ਘਰ ਵਿੱਚ ਬੜਾ ਸੁੱਖ ਸ਼ਾਂਤੀ ਵੇਖੀ। ਉਸਨੇ ਆਪਣੇ ਸਾਥੀ ਨੂੰ ਪੁੱਛਿਆ, ਯਾਰ ਇਹਨਾਂ ਦੇ ਘਰੇ ਇੰਨੀ ਗਰੀਬੀ ਹੈ, ਬਸ ਟਾਈਮ ਪਾਸ ਹੀ ਹੁੰਦਾ ਹੈ, ਫਸਲ ਕਮਾ ਕੇ ਖਾ ਪੀ ਲੈਂਦੇ ਆ, ਇਹ ਖੁਸ਼ ਕਿਵੇਂ ਰਹਿੰਦੇ ਆ?
वो चलाक बंदा कहना ये हजे 99 के चक्कर च नहीं पे। कहो सतनाम श्री। कहना वो किवें? कहना भी इदां कर, थैली च 99 रुपये पा के इन्हां दे घर कोल रखिया। कहो सतनाम श्री। तो उन्होंने की किया, थैली च 99 रुपये पा के घर कोल रख दिती। परिवार की किसी जीव की निगाह पई, चक लई, खोली विच पैसे गिने तो 99 रुपये। सलाह बनी आपां इह 1 रुपया पा दईए ते रख दईए, औखे वेले काम आउणगे। पहलां कदे ख्याल ही नहीं सीगा, परमेश्वर आपे काम लगाई जांदा सी समा। उन्होंने वो रुपया थैली च पाया ते थैली संभाल दिती। हुण उन्होंने एक रस जा पै गया। हुण उन्होंने बचत करनी शुरू कर दी, जोड़ने शुरू कर दिते। जो 99 हो जान, 100 हो जाए, फिर रख देन। हुण ध्यान उन्हों का जोड़न ते लग गया, खाण पीण वल्लियों घट गया। कहो सतनाम श्री। इस करके प्रीतम जी कहते भलिया तड़के उठदियां ही इस ख्याल विच भज लैना है कि मैं किधरों कमाई करके लियावां। उठन सार रब नूं याद तां कर लिया कर पहला। कहो सतनाम श्री। ऐ नहीं कहते भी कमाई नहीं करनी, किरत करो, पर दूजियां 2 गल्लां वो भी तो याद करो ना, नाम जपो वंड छको। कहो सतनाम श्री। मेरे प्रीतम जी कहते श्री राग महला 5वां। भलके उठ पपोलीऐ बिन बुझे मुग्ध अजान। तड़के दिन चढ़दियां ही अपने असली मकसद नूं समझण दी बजाए मुझना है जानना मैं लैण की आया। काहे रे बन खोजन जाही सर्ब निवासी सदा अलेपा तो ही संग समाही। जिस परमेश्वर नूं मिलना वो कित्थों मिलूगा, वो तेरे अंदर है। लैण की आया प्राणी तू आया लाहा लैण। मनुखा जीवन दे राही लाहा खट के अपने घरे जाण दीआं तैयारियां कर, क्योंकि मरना तो सब ने है। ते मरण तो बाद जाना कित्थे है, इहदे बारे मरण तो पहला सोचना पऊगा। कहो सतनाम श्री। मरण तो बाद आपां जाना कित्थे है, इहदे बारे आपां नूं मरण तो पहला जान लेना चाहिदा, ताकि मरण तो बाद असी अपने घरे जाइए। तुसी यात्रा भी बनाओ, यात्रा का प्रोग्राम बनाओ, तो यात्रा ते जान तो पहला जानकारी नहीं लेंदे। को सतनाम श्री। जिहड़ा जानकार आ तो जानदा ही, जिहड़ा अनजान आ जानकारी लऊगा। किन्ना क लंबा पिंड है हजूर साहब का, 2-3 दिन लग जाणगे रस्ते च। को सतनाम श्री। अच्छा खर्चा किन्ना कहूगा, बई इन्ना खर्चा तो आ ही सकदा, खर्चे का इंतजाम करो। रस्ते च भुख भी लगनी है, कोई सुक्कियां वस्तुआं नाल बना लो। जे मार के गाने जाहे ना कोसा, हर का ना मूहां संग तोसा। तोसा हुंदा है जिवें सुक्कियां चीज़ां लै जाने आपां नाल रस्ते च खाण वास्ते, बिस्कुट वगैरह बना के। तोसा हुंदा गुड़ की बनी हुई मोटी जी पकौड़ी, उहनूं तोसा कहंदे आ। तो हुण वो गल पातशाह ने इत्थे उदाहरण दित्ती आ। लंबे सफ़र ते जाना होवे, रस्ते विच खर्चे का इंतजाम करदे आ, खाण का इंतजाम करदे आ, पीण का इंतजाम करदे आ। तिन्ने चीज़ां पातशाह ने लिखतियां। जे परमेश्वर दे रस्ते जाना पवे सिखा, तो रस्ते विच भुख लगी तो की खाएगा? तो पातशाह कहते हरी का नाम उत्थे तेरे वास्ते तोसा खुराक बन जाओ, तेनों भुख ही नहीं लगन देगा। ब्रह्म ज्ञानी का भोजन ज्ञान। जे मार के गणे जाए ना कोसा, हर का नाम उहा संग तोसा। जह मार्ग जिस रस्ते विच महाभ्यान बहु घाम बड़ी गरमैश होवेगी, उत्थे छतरी चाहिदी है एक,
तै हर के नाम की तुम ऊपर शामे, नाम नहीं छतरी बन जाना तेरे उत्ते। को सतनाम, धुप्प ही नहीं लगन देनी, तैनू गरमैश नहीं लगन देनी। जय महाभयान तब तबो काम, तै हर के नाम की तुम ऊपर शाम। जहां त्रिखा मन तुझिया करके, जिथे तैनू प्यास लगनी है। हिंदू मत के ग्रंथां विच इहो जिहियां कहानियां बनाईयां होईयां है बई जदों जीव जांदा है मात लोक नूं छड्ड के दरगाह नूं, ਉਹ जीव आत्मा नूं जम लैके जांदे आ। रस्ते विच ਉਹ ਕਹਿੰਦਾ है कि मैनू भुख लगी आ। कहंदे संसार च किसी नूं खवाया सीगा, दान पुण्य कीता सी कदे? जे खवाया तो वह सानू दे दे, तैनू असी कुछ दे देंगे। कहो सतनाम श्री। वो पुण्य का फल सानू दे, क्योंकि पुण्य दान जो बीजदे सब धर्म राय के जाई, ये धर्मराज दे कोले पहुंचण तो पहला पहला रस्ते च ही खत्म हो जाते हैं। कोई सतनाम श्री। उदू गाह नहीं जाते, धर्मराय कह जाई उदू गाह केवल नाम लैके जाएगा। कोई सतनाम श्री। ये तो उरी जामी खा जाएंगे रस्ते च ही पुण्यदान सारे। जे प्यास लगू कहते जमा नूं कहना प्यास लगी आ, कहते लिया। जे किसी नूं पानी पियाया तो फल सानू दे दे, तेनू पानी पिया देंगे। पर बाबा जी सानू इन्हां चक्करां च नहीं पाउंदे। ना नाम जपन वाला जमा दे हथ आउंदा है, ते ना ही उसनूं कोई भुख प्यास लगदी है, ना उहनूं कोई धुप्प लगन दिंदा है। परमेश्वर दा नाम कहो सतनाम श्री। जिस रस्ते तो जमदूत लैके जाते हैं, सिख उस रस्ते ही नहीं जाता, वो रस्ता ही कटिया जाता है। दरखत की टीसी ते जान दे दो रस्ते आ। हुण हिंदू मत विच तां इह कहा जाता है बई 9 महीने जीव नूं पहुंचण ते लग ही जाते आ दरगाह तक। ताइयों तुसीं पौने साल का पाठ कराउने हो, क्योंकि ब्राह्मणां ने यह चीतां चलाइयां होईयां है। पर बाबा कहता 9 महीने नहीं, इत्थों शरीर छुटदियां ही जीव उत्थे पहुँच जाता है। कोई सतनाम श्री। महापुरुषों ने 2 उदाहरणां दित्तियां। दरखत की टीसी ते जाण वास्ते 2 रस्ते है। एक तो मुढ़ तो चढ़ के जाओ हौली हौली, कई बारी कीड़ा डिगदा है, कई बारी चढ़दा है। कहो सतनाम श्री। ते एक पंछी दी नहीं उड़ के सीधा टीसी ते जा बैंदा। जिस मार्ग दे विच जमदूत दुख दिंदे है, ये जीव आत्मा जिहड़ी गुरसिख दी नाम जपण वाले भजनी बंदगी करन वाले दी, वो तां सीधी उड़ के चली जाती है। उहनूं इन्हां रस्तियां विचों नहीं जाना पैंदा। कहो सतनाम श्री। इस करके परमेश्वर दे नाम दी महिमा सिख ने उठ के तड़के क्यों नहीं कीती? भलिया तू उठदियां ही भलके उठ पपोली है, बिन बुझे मुग्ध अजान। फिर परिवार की पालन पोषण की चिंता लागी, उठदियां ही नाम जपिया कर। पहला पंडित जयदेव ने ग्रंथ लिखिया एक गोविंद गीत। लिखदियां लिखदियां लगभग समाप्ति के नेड़े पहुँच गया। परमेश्वर की सिफत का ग्रंथ लिखिया, नाम रखिया गोविंद गीत। ते एक दिन वो लिखण तो पहला, पूरा करन तो पहला ही संगत नूं मंदिर विच आए भगतां नूं कहना मैं ग्रंथ लिखे है, तुहानूं पूर्णमासी ते विखाऊंगा, पर पूरा हजे होया नहीं सी। कहो सतनाम श्री। मैं आ गई ना, ये कथा कीर्तन करवाउण वाला सारी गुणां दा खजानियां दा मालक परमेश्वर है, जिन्हों देवे। जयदेव तो भी आपकी सिफत परमेश्वर ने लिखवाई सी उहदे विच वरत के। पर एक दिन मैं आ गई, कहना मैं लिखिया, मैं एक ग्रंथ लिखिया है, तुहानूं पूर्णमासी ते विखाऊंगा, दर्शन कराऊंगा। बस फिर समाप्ति वाला शब्द नहीं आवड़िया मुड़ के। गुरु ग्रंथ साहिब जी की समाप्ति ते शब्द लिखे, तेरा कीता जातो नाही, मुंदावनी महला 5वां, उत्थे लौक लाता। भाव पूरा करता गुरु ग्रंथ साहिब जी का स्वरूप।
तेरा कीता जातो नाही। देखो पूरा करके भी अखीर ते लिखते ने ये तेरी कृपा नाल ही ये काम होया, नहीं मैथों नहीं सी होना। कोई सतनाम। जयदेव कहना मैं लिखिया ते उस नूं गुरु प्यारे हुण अगला शब्द ना औड़े। हुण चिंता च पै गया, पूर्णमाशी नेड़े आ रही है, ग्रंथ पूरा नहीं हो रहा। रोज लिखण बहिंदा है, शब्द ही नहीं औड़दा। एक दिन तड़के उठिया, ग्रंथ फिर चक लिया। सोचन लग्या भी समाप्ति का शब्द की लिखा, औड़ ही नहीं रहा। घर वाली पंडतानी कहन लगी महाराज पहला नितनेम तो कर लो, इशनान करके आओ नदी के उत्ते, हथ मूँह धो लो, तड़के ग्रंथ तुसीं चक के बैठ गए, पहला वो काम करो नितनेम वाला। कहना मैं की करा, पूर्णमाशी नेड़े आ गई, मैं संगतां नूं दस बैठा पहला ही, हुण मैनूं समाप्ति का शब्द नहीं याद आ रहा कोई। परमेश्वर ने अंदरों लौक लाता, जिन्हें अंदरों बाणी उचारण कराई सी उन्हें अंदरों बंद करती। बाणी का बचन पंजवें पातशाह जी का, ज्यों बुलावे त्यों बोला स्वामी, जह भेजे तह जावा, सब नगरी में एको राजा सबे पविते थावा। उन्हें अंदरों बंद करता। अंदरों फुरना देऊगा तो बोलांगे ना, जो अंदरों सानू ना शब्द देवे फिर असी की बोलांगे। वो बुलाउंदा है फिर बोलदा जीव को सतनाम श्री। हुण जयदेव नूं शब्द ना कोई औड़े। एक दिन चक के बैठ गया, जो बीबी कहन लगी महाराज तुसीं इशनान करो, पहला तैयार पर तैयार हो, फिर ग्रंथ छेड़ियो। वो बुझे जे मन नाल ग्रंथ नूं रख के अलमारी चले आ गया गंगा ते इशनान करन। थोड़े चिर बाद बीबी ने की देखा कि किवें मुड़े आए। पूछा जी तुसीं मुड़े आए? कहना हाँ। क्यों? कहना मेरे शब्द याद आ गया, मैं सोचा लिखी जावा हुण, या ग्रंथ फड़ा चक के। पहला वो बीबी ने चक के ग्रंथ फड़ाता। वो जो आया ना घर दे विच, मैं तुहानूं अगे चल के दसदा, बीबी नूं समझ नहीं आई कौन है। उन्हें सोचा मेरे घर वाला ही आ। उसे दे स्वरूप दे विच सुनहरी अखरां में शब्द लिख के ग्रंथ की समाप्ति करती ते ग्रंथ रखता। इन्हें बीबी इधर प्रशादा तैयार कर लग पई सी, कहना लिया रोटी भी खा लीए। उन्हें प्रशादा फड़ाता। प्रशादा छक के कहना मैं आराम कर ला। बैठक सीगी रस्ते ते बैठक नहीं गया, अंदरों बैठक च बड़िया, बाहरले बैठक चों अलोप हो गया। को सतनाम सी बाहरले गेट चों। इन्ने जयदेव आया घंटे बाद इशनान आदि करके। उरे आउंदे नूं बीबी उहदे घर वाली प्रशादा छकी जावे। वो कहना मैं तां नितनेम भुलिया सी, तू भी भुल गई। वो कहनी क्यों? वो कहना तू अज मैथों पहले ही प्रशादा छकी जानी है। को सतनाम सी मैला मैनू छका के छकदी सी। वो कहीं तुसीं छक तां गए, तुसीं रोटी खा तां गए। कहना मैं किहड़े वेले खा ली? बा महाराज रोटी खा के भुल गए। कहना मैं तो नहा के ही हुण आया, मैं कदों खा ली? कहनी महाराज तुसीं पहलां घरे आए सीगे, मैनू कहा सी लिया ग्रंथ, मेरे शब्द याद आ गया मैं लिख दियां। तुसीं मैथों ग्रंथ फड़ के शब्द लिखिया, फिर ग्रंथ उत्थे रखता, फिर तुसीं रोटी खाधी, फिर तुसीं बैठ के आराम करन बड़े। कहना मैं तो नहा के हुण आया। वो कौन सी? कहनी तुसीं सी जां तेरे वर्गा वो कौन सी मैनू नहीं पता। को सतनाम। वो शब्द लिख गया, क्योंकि परमेश्वर भगतां दी लाज भी रखदा है ते अहंकार भी नहीं आउण दिंदा। को सतनाम श्री। जयदेव भज के बैठ के वेखण गया, बैठक च कोई भी ना। ग्रंथ चक के देखिया, ग्रंथ विच समाप्ति कीती पई, सुनहरी शब्द लिखिया पिया सुनहरी अखरां च। बस उथों बराग छुट गया जयदेव पंडित नूं। जंगलां नूं चढ़ गया, दरख्तां नूं पुछदा फिरदा है, इत्थे गोबिंद नहीं आया। भाव उन्होंने पता लग गया भी ये परमेश्वर काम कर गया, ये तो मिनटा ओड़िया नहीं शब्द देंदा। को सतनाम सी। और जंगलों में भज गया, दरख्तां नदियां ते लभदा फिरदा, गोबिंद गोबिंद करदा, अखीर बेहोश होकर डिग पिया। को सतनाम श्री। फिर उहदे कोल एक प्रगट हो गया, उहदे वर्गा ही, क्योंकि साडी आत्मा
ਸਾਡਾ ਹੀ ਰੂਪ ਧਾਰ ਕੇ ਸਾਡੇ ਕੰਮ ਕਰਨ ਆ ਜਾਂਦੀ ਹੈ। ਇਹ ਆਤਮਾ ਹੀ ਪਰਮਾਤਮਾ ਹੈ। ਸਾਤੈ ਸਤ ਕਰ ਬਾਚਾ ਜਾਣ, ਆਤਮਾ ਰਾਮ ਲੈਹੋ ਪ੍ਰਵਾਨ। ਗੱਲ ਮੰਨ ਲਓ, ਆਤਮਾ ਹੀ ਰਾਮ ਹੈ। ਬੋਲਿਆ ਕਿਸੇ ਦਾ ਦਿਲ ਨਾ ਦੁਖਾਈ, ਰੱਬ ਦਿਲਾਂ 'ਚ ਰਹਿੰਦਾ। ਕੋ ਸਤਨਾਮ ਸ੍ਰੀ। ਪਰਮੇਸ਼ਰ ਉਹਦੇ ਕੋਲੇ ਪ੍ਰਗਟ ਹੋਇਆ, ਉਹਨੂੰ ਹੋਸ਼ ਵਿੱਚ ਲਿਆਂਦਾ, ਮੂੰਹ 'ਚ ਪਾਣੀ ਪਾਇਆ। ਜੈਦੇਵ ਉੱਠ ਖੜਿਆ, ਕਹਿੰਦਾ ਵਾਹ ਮਹਾਰਾਜ, ਤੁਸੀਂ ਘਰੇ ਵੀ ਆਏ ਤੇ ਮੈਨੂੰ ਦਰਸ਼ਨ ਨਹੀਂ ਦਿੱਤੇ। ਕਹਿੰਦੇ ਤੇਰਾ ਹੰਕਾਰ ਵੀ ਚੜ ਗਿਆ ਸੀ। ਕੋ ਸਤਨਾਮ ਸ੍ਰੀ। ਪਰਮੇਸ਼ਰ ਕਹਿੰਦੇ ਤੇਰਾ ਹੰਕਾਰ ਵੀ ਚੜ ਗਿਆ ਸੀਗਾ। ਉਹ ਸਾਰਾ ਗ੍ਰੰਥ ਤੇਥੋਂ ਮੈਂ ਲਿਖਾਇਆ ਤੇ ਤੂੰ ਕਹਿਣਾ ਮੈਂ ਲਿਖਿਆ। ਕੋ ਸਤਨਾਮ ਸ੍ਰੀ। ਵਾਹ ਮਹਾਰਾਜ, ਫਿਰ ਮੈਨੂੰ ਸਮਾਪਤੀ ਕਿਉਂ ਨਹੀਂ ਕਰਨ ਦਿੱਤੀ? ਜੋ ਸਾਰਾ ਗ੍ਰੰਥ ਮੈਥੋਂ ਲਿਖਵਾ ਲਿਆ, ਸਮਾਪਤੀ ਦਾ ਸ਼ਬਦ ਮੈਨੂੰ ਕਿਉਂ ਨਹੀਂ ਦੱਸਿਆ? ਕਹਿੰਦੇ ਜੇ ਤੂੰ ਸਮਾਪਤੀ ਕਰ ਲੈਂਦਾ ਨਾ, ਫਿਰ ਇਹ ਹੰਕਾਰ ਪੱਕਾ ਹੋ ਜਾਣਾ ਸੀ, ਨਿਕਲਣਾ ਔਖਾ ਹੋ ਜਾਣਾ ਸੀਗਾ। ਤੇ ਮੈਂ ਨਹੀਂ ਚਾਹੁੰਦਾ ਮੇਰੇ ਭਗਤ ਇਹਨਾਂ ਪੰਜਾਂ ਵਿਕਾਰਾਂ ਕਰਕੇ ਮੈਥੋਂ ਦੂਰ ਚਲੇ ਜਾਣ। ਕੋ ਸਤਨਾਮ ਸ੍ਰੀ। ਤੂੰ ਜਿਹੜਾ ਕਹਿਣਾ ਨਾ ਮੈਂ ਗੋਬਿੰਦ ਗੀਤ ਗ੍ਰੰਥ ਲਿਖਿਆ, ਆਹ ਦੇਖ ਦਰਖਤ ਦੇ ਪੱਤਿਆਂ ਤੇ ਸਾਰੇ ਸ਼ਬਦ ਲਿਖੇ ਪਏ। ਕਮਾਲ ਹੋ ਗਈ। ਜਦੋਂ ਜੈਦੇਵ ਨੇ ਦਰਖਤ ਵੱਲ ਦੇਖਿਆ ਨਾ, ਜਿਹੜੇ ਸ਼ਬਦ ਉਹਨੇ ਗ੍ਰੰਥ 'ਚ ਲਿਖੇ ਸੀਗੇ, ਉਹ ਪੰਕਤੀਆਂ ਦਰਖਤ ਦੇ ਪੱਤਿਆਂ ਤੇ ਵਿਖਾਤੀਆਂ ਉਸ ਨੂੰ। ਕੋ ਸਤਨਾਮ ਸ੍ਰੀ। ਪੈਰੀ ਪੈ ਗਿਆ। ਫਿਰ ਪਾਤਸ਼ਾਹ ਜੀ ਨੇ ਉਹ ਬਚਨ ਜੈਦੇਵ ਭਗਤ ਜੀ ਦਾ ਬਾਣੀ 'ਚ ਲਿਖ ਦਿੱਤਾ। ਜੈ ਦਿਓ ਜੈਦੇਵ ਕੋ ਰਮਿਆ। ਜੈਦੇਵ ਪਰਮੇਸ਼ਰ, ਜੈਦੇਵ ਭਗਤ। ਉਹ ਪਰਮੇਸ਼ਰ ਇਹਦੇ ਵਿੱਚ ਰਮ ਗਿਆ, ਇਕਮਿਕ ਹੋ ਗਿਆ। ਤੂੰ ਤੂੰ ਕਰਤੇ ਤੂੰ ਭਇਆ, मुझ में रहा न हूं, जब आपा पर का मिट गया, जब देखो तू। जय देव को रमिया, ब्रह्म निर्वाण लिवलीन पाया। तो इस तरह जयदेव ने परमेश्वर नूं प्राप्त किया। इस करके सिखा ओ मनुख तड़के उठ के फिर भज लेना, ये चिंता विच बच्चे किवें पालां। धन गुरु अर्जन देव जी कोल एक सिख आया। पंजवें पातशाह कहने सिखा साडे कोल रह महीना। ना महाराज, जवाक भुखे मर जाणगे, मेरे बिना उन्होंने रोटी कौन देऊगा? मैं दिहाड़ी करदा, कमाई करदा, फिर वो खांदे आ। पातशाह ने यही तो गल संगतां नूं समझाउणी सी। को सतनाम भी मनुख दी ड्यूटी लाई आ, वरतदा परमेश्वर ही आ। को सतनाम श्री। वो ना मन्निया, कहंदा जी मैं रह नहीं सकदा, आग्या बख्शो, दर्शन दिओ। कहने चंगा, साडी चिट्ठी जांदा जांदा ना ते रस्ते च एक पिंड आउंदा, उत्थे एक सिख आ साडा, उहनूं फड़ा जी। कहंदा जी चंगा। चिट्ठी लै गया, उस सिख दे घरे गया उस पिंड च। कहंदा भाई साहब जी, ये पंजवें पातशाह ने चिट्ठी फड़ाई है, रख लो। कहंदे की लिखिया? लिया विखा। चिट्ठी खोल के देखी, विच लिखिया सीगा, इस सिख नूं जाण नहीं देना, 6 महीने अपने घरे रख, और इसनूं जान नहीं देना, जिवें मर्जी रख। को सतनाम श्री। उन्हें पहला बिठा के प्यार नाल जल प्रसाद छकाया, प्रसाद पानी छकाया। जो तुरन लग्या, कहने भाई साहब जाना नहीं हैगा। कहने क्यों यार? भाई साहब जी, गुरु साहब का हुक्म है भी ये सिख नूं 6 महीने तू रखना आपदे घर। को सतनाम। और मैं तैनूं कोई कैद करके नहीं रखना, सेवा करूँगा, प्रसादा छकाऊँगा, पर 6 महीने जाना नहीं मेरे कोलों। बड़ा तड़फिया बेचारा। कहता यार जवाक भुखे मर जाएंगे, तू भाई मैनू नहीं पता, मैं गुरु का हुक्म मनना है, तेनू कोई दुख नहीं दूंगा। मैं ओनली हुक्म है कि सेवा करनी है, जल पानी नूं तू छकाउणा, 6 महीने रख कोले। की कर सकता बेचारा, रख लिया। उधर 6 महीने जदों एक घर वाला घर ना गया, उदों लोग तुर के आउंदे जांदे सी, रस्ते विच शेरां बघेरियां दे हमले भी हो जाते, राह च बंदे मर भी जाते कई बारी। घरदियां ने समझ लिया भी किते मर मुर गया होना, क्यों नहीं मुड़ के आया, की गल बनी। पिंड वालियां नूं दया आई, तरस आया। उन्होंने ट्राली लैके परिवार वास्ते पिंड चों राशन इकट्ठा करता। को सतनाम श्री। ट्राली भर के राशन की सिटी आए, साल भर का करके सिटता। जदों 6 महीने पूरे हो गए तो इन्हों कहन लगे, चंगा भाई साहब
पातशाह का हुक्म पूरा होया, हुण तू जा घर नूं। कहो सतनाम। जद वो घरे गया, जदों गेट चों वड़िया तो अगों जवाक ने वेखिया, कहंदा बेबे बापू आ गया, फिर भुखे मरांगे। कहो सतनाम सी। भी बापू के नाल तां दल पानी चलदा ही सी माड़ा मोटा, तो पिंड वालियां ने तां बल्ले बल्ले कराती, सारे कोठे भर के रखते राशन दे पानी दे। जवाक कहने बापू फिर आ गए, आप फिर भुखे मरांगे। वो हैरान हो गया, कोई मैं सोचदा सी मैं पालदा, ये कहना बापू दे आउण ते भुखे मरांगे। कहो सतनाम सी। पर बंदे की हालत वेखो, गुरु अर्जन देव जी महाराज कहते भलके ही उठ पपोली है, तड़के उठदियां ही चिंता हो जाती है बच्चियां नूं पालण पोषण दी। बिन बुझे मुगध अजान, परमेश्वर नूं बिना समझिया सो प्रभ चित न आयो, छुटेगी बेबान। एक दान ये तेरे विच ना बोलण वाला निकल जाएगा, और इस शरीर जेड़ा देही जेड़ी है बेबान हो जाएगी, बोलेगी नहीं, मर जावेगा। सतगुर सेती चित न लाए, तू परमेश्वर दे नाल जुड़दा नहीं। सतगुर सेती चित लाए, सदा सदा रंगमान। गृहस्थी जीवन च रहिंदा होया नाम भी जपिया कर। कहो सतनाम श्री। ऐ तो नहीं कहते भी 24 घंटे बैठा रहा चौकड़ा मार के, नाम भी जपिया कर। गुरु वाला बन। प्राणी तू आया लाहा लैन भलिया, तू मनुखा जीवन लेके आया ते कुछ लाहा खट्टन लई आया। कहो सतनाम श्री। कुछ लाहा खट्टन लई आया। लगा कित को फकड़े, फकड़े फकड़ हुंदा झूठ, ते को फकड़ उदों भी झूठ। कहो सतनाम। खत्म होने वाला। क्या तू इस खत्म होने वाले संसार नाल जुड़िया होया है? सब मुकदी चली रहन। तेरी जिंदगी आए जा रही है जिवें रात नूं पता नहीं लगता कदों दिन चढ़ जाता। सुत्तियां नूं पता नहीं लगता ना। दिने तो आपां टाइम देखी जाने, 1 बज गया, 12 बज गए, 4 बज गए, 5 बज गए, पर रात नूं बिना टाइम देखे रात लंघ जाती है। को सतनाम श्री। रैन गवाई सोए कै, दिवस गवाया खाए। हीरे जैसा जन्म है कौडी बदले जाए। लगा कित कुफकड़े, सब मुकदी चली रैन रहाओ। कुदम करे पस पंखियां, दिसै नाही काल। मड़ियां छाला मारदा फिरदा, पशुआं बांदरां दी न्याई, पंछियां दी न्याई भजिया फिरदा। चलो वो तो अनजान है बेचारे। गली विच अग मची जाती होवे, आपां कभी धूनी पाउणे आ, कभी लोहड़ी पाउंदे आ लोग, अग पई हुंदी है गली च। तुसीं देखोगे उत्थों पशु लंघदे आ, वो अग तो साइड तो नहीं लंघदे। भुब्बल जी पई हुंदी है, सवा सबू जी ते गर्म। भाव उन्हां नूं तां ज्ञान नहीं है, बंदिया तैनूं तां ज्ञान आ। कहो सतनाम श्री। बांदर नूं फड़ना होवे ना, ਜਿਹੜੇ ਬਾਂਦਰਾਂ ਨੂੰ ਫੜਦੇ ਐ, ਉਹ ਭੀੜੇ ਮੂੰਹ ਵਾਲੀ ਕੁੱਜੀ ਲੈਂਦੇ ਆ, ਉਹ 'ਚ ਦਾਣੇ ਪਾਉਂਦੇ ਆ ਛੋਲਿਆਂ ਦੇ, ਸਾਈਡਾਂ ਦੇ ਡੰਡੇ ਡੁੰਡੇ ਲਾ ਕੇ ਉਹਨੂੰ ਚੰਗੀ ਤਰ੍ਹਾਂ ਧਾਟੀ 'ਚ ਗੱਡ ਦਿੰਦੇ ਆ, ਤੇ ਬਾਂਦਰ ਛੋਲੇ ਖਾਣ ਆਉਂਦਾ ਹੈ, ਉਹਦੇ ਵਿੱਚ ਹੱਥ ਪਾਉਂਦਾ, ਹੱਥ ਐਦਾਂ ਪੈ ਜਾਂਦਾ ਹੈ, ਛੋਲਿਆਂ ਦੀ ਮੁੱਠੀ ਭਰ ਕੇ ਹੱਥ ਚੌੜਾ ਹੋ ਜਾਂਦਾ। ਕਹੋ ਸਤਨਾਮ। ਫਿਰ ਹੱਥ ਬਾਹਰ ਨਹੀਂ ਨਿਕਲਦਾ। पर बेचारे नूं ये नहीं पता मैं छोलियां दी दाने छड्ड दियां ते मेरा हथ निकल के ते भज जावां मैं। वो कैद हो गया उत्थे ही, ते बांदर फड़न वाले नूं फड़ लैंदे आ। कहो सतनाम सी। हूँ तो फड़िया नहीं जाता। इसे तरह बंदा भी पशुओं की न्याई अज्ञानता कारण ही फसिया होया है। कहो सतनाम श्री। ज्ञान दे नाल निकल सकता है। एक मनुखा जोनी विच ये ज्ञान है, पर यह बंदा हुंदा होया भी पशुआं पंछियां की न्याई भटकदा फिरदा। कहो सतनाम श्री। प्रीतम जी कहते ये 5 विकार जिन्हां कारण जानवर फड़े जाते हैं, मारे जाते हैं। मच्छी नूं पत्थर चट्टण की आदत है, उन्होंने फड़न वाले कुंडी ते आटा ला के छड्डदे है, वो मुँह मारदी है, क्योंकि जे टिक जे पानी वाधू पिया विचाले जाके बह जे, पर बेचारी नूं अकल नहीं है। कहो सतनाम श्री। इधर जाती है उधर जाती है, भज दौड़ च किधर कुंडी चों मूँह मारदी है, फस जाती है। बंदे नूं तां अकल है ना।
ਬੰਦਾ ਵੀ ਜੀਵ ਦੇ ਸਵਾਦਾਂ ਕਰਕੇ ਭੱਜ ਦੌੜ ਚ ਤੇ ਇੱਕ ਦਿਨ ਫਸ ਜਾਂਦਾ ਹੈ। ਅੱਜ ਦੇ ਨਸ਼ੇ ਵੇਚਦੇ ਹੈ, ਨਸ਼ੇ ਲਿਆਉਂਦੇ ਹੈ, ਤੇ ਕਦੇ ਨਾ ਕਦੇ ਤਾਂ ਫਿਰ ਪੁੱਛਦੇ ਢਹੇ ਚੜ੍ਹ ਜਾਂਦੇ ਆ ਨਾ, ਫਿਰ ਬਾਕੀ ਸਾਰੀ ਜ਼ਿੰਦਗੀ ਜੇਲ੍ਹ 'ਚ ਹੁੰਦੀ ਆ। ਕੋਈ ਸਤਨਾਮ ਸ੍ਰੀ ਕਹਿੰਦੇ 5 ਵਿਕਾਰਾਂ ਨਾਲ 5 ਪੰਛੀ ਮਰ ਜਾਂਦੇ ਨੇ, ਜਾਨਵਰ ਮਰ ਜਾਂਦੇ ਹੈ। ਜੀਵ ਦੇ ਸਵਾਦਾਂ ਕਰਕੇ ਮੱਛੀ ਫਸ ਜਾਂਦੀ ਆ, ਕਾਮ ਦੇ ਸਵਾਦਾਂ ਕਰਕੇ ਹਾਥੀ ਫੜਿਆ ਜਾਂਦਾ ਜਿਹਨੂੰ ਕੋਈ ਫੜ ਨਹੀਂ ਸਕਦਾ। ਇੱਕ ਵੱਡੀ ਡੱਗੀ ਪੱਟ ਕੇ ਉਹਦੇ ਉੱਤੇ ਕਾਲੇ ਰੰਗ ਦਾ ਕਾਗਜ਼ਾਂ ਦਾ ਹਾਥੀ ਬਣਾ ਕੇ ਖੜਾ ਦਿੰਦੇ ਨੇ, ਤੇ ਦੂਜਾ ਹਾਥੀ ਉਹਦੇ ਕੋਲ ਪਹੁੰਚਦਾ ਹੈ ਹਥਨੀ ਸਮਝ ਕੇ। ਹੁਣ ਉਹਦਾ ਵੇਟ ਨਹੀਂ ਹੁੰਦਾ ਕਾਗਜ਼ਾਂ ਦਾ, ਇਹਦਾ ਵੇਟ ਹੁੰਦਾ ਹੈ, ਤੇ ਜਦੋਂ ਹੀ ਉਹਦੇ ਕੋਲ ਆਉਂਦਾ ਹੈ ਉਹ ਕੱਚੀ ਛੱਤ ਟੁੱਟ ਜਾਂਦੀ ਹੈ, ਥੱਲੇ ਡਿੱਗ ਜਾਂਦਾ ਹੈ, ਤੇ 6 ਮਹੀਨੇ ਉਹਨੂੰ ਫਿਰ ਖੁਰਾਕ ਨਹੀਂ ਦਿੰਦੇ, ਇੰਨਾ ਕਮਜ਼ੋਰ ਹੋ ਜਾਂਦਾ ਹੈ। ਫਿਰ ਰੇਬ ਰਸਤਾ ਕਰਕੇ ਉਹਨੂੰ ਬਾਹਰ ਕੱਢ ਕੇ ਆਪਦੀ ਮਰਜ਼ੀ ਨਾਲ ਚਲਾਉਂਦੇ ਆ। ਕੋ ਸਤਨਾਮ ਸੀ। ਫਿਰ ਕੁੰਡੀ ਥੱਲੇ ਆ ਗਿਆ ਹਾਥੀ। ਜੇ ਬੰਦਾ ਗੁਰੂ ਦੇ ਕੁੰਡੇ ਥੱਲੇ ਆ ਜਾਵੇ ਫਿਰ ਇਹਨਾਂ ਵਿਕਾਰਾਂ ਦੇ ਕੁੰਡੇ ਵਿੱਚ ਕਿਉਂ ਫਸੇ? ਕੋ ਸਤਨਾਮ ਸੀ। ਪਤੰਗਾ ਅੱਖ ਦੇ ਰਸ ਕਰਕੇ ਫਸਦਾ ਹੈ, ਉਹ ਭੱਜਦਾ ਹੈ, ਉਹ ਕੋਈ ਲਾਲ ਰੰਗ ਦੀ ਚੀਜ਼ ਆ ਮੈਂ ਜਾ ਕੇ ਖਾਵਾਂ, ਪਰ ਗਾਂ ਅੱਗ ਮੱਚਦੀ ਹੁੰਦੀ ਆ, ਵਿੱਚ ਵੱਜਦਾ ਆ ਕੇ ਫੰਗ ਜੇ ਝੜ ਜਾਂਦੇ ਆ, ਉੱਥੇ ਤੜਫ ਕੇ ਮਰ ਜਾਂਦੇ ਆ। ਸਾਉਣ ਦੇ ਮਹੀਨੇ ਵਾਲੇ ਪਤੰਗੇ। ਇਸੇ ਤਰ੍ਹਾਂ ਗੁਰੂ ਪਿਆਰਿਓ, ਲਾਲਚ ਕਰਕੇ, ਕਾਮ ਕਰਕੇ, ਕ੍ਰੋਧ ਕਰਕੇ, ਮੋਹ ਕਰਕੇ ਇਹ ਸਾਰੇ ਜੀਵ ਮਰ ਜਾਂਦੇ ਹਨ। ਮੋਰ, ਮੀਨ, ਮਿਰਗ, ਕੁੰਚਰ, ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜਾਵੇਂ ਤਾਕੀ ਕੇਤ ਕੇ ਆਸ। ਉਹਨਾਂ 'ਚ ਇੱਕ ਗਲਤੀ ਉਹ ਮਰ ਜਾਂਦੇ ਹੈ, ਤੇਰੇ 'ਚ 5 ਗਲਤੀਆਂ, ਤੂੰ ਕਿਵੇਂ ਬਚ ਸਕਦਾ ਹੈ? ਕੋ ਸਤਨਾਮ। ਪੰਜਾਂ ਤੋਂ ਕਿਵੇਂ ਬਚੇਗਾ ਇਹਨਾਂ ਤੋਂ? ਬਾਬਾ ਜੀ ਕਹਿੰਦੇ ਭਲਿਆ ਕੁਦਮ ਕਰੇ ਪਸ ਪੰਖੀਆਂ, ਦਿਸੈ ਨਾਹੀ ਕਾਲ। ਉਸੇ ਤਰ੍ਹਾਂ ਉੱਤੇ ਸਾਥ ਮਨੁੱਖ ਹੈ, ਫਾਥਾ ਮਾਇਆ ਜਾਲ। ਪੰਛੀਆਂ ਨੂੰ ਸ਼ਿਕਾਰੀ ਜਾਲ ਲਾਉਂਦਾ, ਦਾਣੇ ਸਿੱਟ ਦਿੰਦਾ ਹੈ। ਦਰਖਤ 'ਤੇ ਬੈਠੇ ਆ, ਦਾਣੇ ਚੁਗਦੇ ਆ, ਥੱਲੇ ਆ ਕੇ ਜਦ ਦਾਣਿਆਂ ਨੂੰ ਚੁੱਕਣ ਲੱਗਦੇ ਆ, ਜਾਲ ਖਿੱਚ ਦਿੰਦਾ ਹੈ, ਸਾਰੇ ਤੋਤੇ ਆਦਿ ਪੰਛੀ ਫੜ ਜਾਂਦੇ ਆ। ਕੋ ਸਤਨਾਮ ਸੀ। ਪਰਮੇਸ਼ਰ ਨੇ ਜੀਵ ਨੂੰ ਭੇਜਿਆ ਸੀ ਸੰਸਾਰ ਦੇ ਵਿੱਚ ਕੁਝ ਕੰਮ ਲਈ, ਪਰ ਕਾਲ ਨੇ ਐਸਾ ਮਾਇਆ ਦਾ ਜਾਲ ਪਾਇਆ ਕਿ ਇਸ ਮਾਇਆ ਦੇ ਜਾਲ 'ਚ ਫਸ ਗਏ ਆ। ਉਸੇ ਤਰ੍ਹਾਂ ਹੀ ਜਿਵੇਂ ਪੰਛੀ ਫਸ ਜਾਂਦੇ ਆ, ਪਸ਼ੂ ਫਸ ਜਾਂਦੇ ਆ, ਮਨੁੱਖ ਵੀ ਫਸ ਗਏ ਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਕਿਉਂਕਿ ਪਸ਼ੂਆਂ ਵਾਲੇ ਕੰਮ ਕਰਦਾ ਹੈ, ਬੰਦਾ ਬਣ ਕੇ ਬੰਦਿਆਂ ਵਾਲੇ ਕੰਮ ਨਹੀਂ ਕਰਦਾ। ਕੋ ਸਤਨਾਮ ਸ੍ਰੀ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਉੱਤੇ ਸਾਥ ਮਨੁੱਖ ਹੈ, ਫਾਥਾ ਮਾਇਆ ਜਾਲ, ਮੁਕਤੇ ਸੇਈ ਭਾਲੀ ਹੈ। ਬਚੂ ਕਿਹੜਾ? ਜੇ ਸੱਚਾ ਨਾਮ ਸੰਭਾਲ। ਜਿਹੜਾ ਨਾਮ ਜਪੂਗਾ, ਗੁਰਬਾਣੀ ਨੂੰ ਵਿਚਾਰ ਲੂਗਾ, ਇਹ ਗੁਰਬਾਣੀ ਤੁਹਾਡੇ ਸੁੰਦਰ ਜੀਵਨ ਦੀ ਗਾਈਡੈਂਸ ਹੈ। ਕਹੋ ਸਤਨਾਮ। ਮਾਰਗ ਦਰਸ਼ਨ ਕਰਦੀ ਹੈ ਗੁਰਬਾਣੀ, ਸਾਨੂੰ ਰਸਤਾ ਦੱਸਦੀ ਹੈ, ਚਾਨਣ ਕਰਦੀ ਹੈ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਇਹ ਸਾਨੂੰ ਗਲਤ ਰਸਤੇ ਤੋਂ ਮੋੜ ਕੇ ਸਿੱਧੇ ਰਸਤੇ ਲੈ ਜਾਂਦੀ ਆ, ਫਸਲ ਤੋਂ ਬਚਾ ਲੈਂਦੀ ਆ। ਕੌਣ ਬਚਿਆ? ਮੁਕਤ ਕੌਣ ਰਿਹਾ? ਜਿਹੜਾ ਗੁਰੂ ਦੇ ਨਾਮ ਨੂੰ ਸਮਝੇਗਾ, ਕਿਉਂਕਿ ਨਾਮ ਜਪਿਆ ਅੰਦਰ ਗਿਆਨ ਪੈਦਾ ਹੁੰਦਾ ਹੈ। ਨਾ ਉਹ ਮਰੇ ਨਾ ਠਾਗੈ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਮੁਕਤੇ ਸੇਈ ਭਾਲੀ ਹੈ, ਜੇ ਸੱਚਾ ਨਾਮ ਸੰਭਾਲ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਸੰਸਾਰ ਨੂੰ ਜਿਸ ਨੂੰ ਛੱਡ ਕੇ ਚਲੇ ਜਾਣਾ ਹੈ, ਇੱਥੇ ਬੰਦੇ ਦਾ ਮਨ ਲੱਗ ਗਿਆ ਹੈ। ਇਹਨਾਂ ਘਰਾਂ ਕੋਠੀਆਂ ਦੇ ਵਿੱਚ, ਬੰਗਲਿਆਂ ਵਿੱਚ ਬੰਦਾ ਬੜਾ ਮਸਤ ਹੈ, ਇਹਨਾਂ ਰਸਾਂ ਵਿੱਚ ਮਸਤ ਹੋ ਗਿਆ। ਰਸ ਹੋਇ ਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਇਤੇ ਰਸ ਸਰੀਰ ਕੇ ਐਨੇ ਰਸ ਭੋਗਦਾ ਹੈ, ਪਰ ਥੋੜਾ ਜਿਹਾ ਖਾਨਾ ਨਾਮ ਦੇ ਵਾਸਤੇ ਵੀ ਨਹੀਂ ਰੱਖਿਆ। ਕੋਈ ਸਤਨਾਮ। ਅਸੀਂ ਘਰ ਬਣਾਉਣੇ ਆ, ਸਾਰਿਆਂ ਦੇ ਵਿੱਚ ਬੜੇ ਸੁੰਦਰ ਲਾਲਾ ਕਮਰੇ ਬਣਾਉਣੇ ਆ, ਰਸੋਈ ਬਣਾਉਣੇ ਆ, ਵਸਤੂ ਸਾਰੇ, ਪਰ ਕੋਈ ਬਿਰਲਾ ਸੋਚਦਾ ਯਾਰ ਗੁਰੂ ਸਾਹਿਬ ਦੇ ਬੈਠਣ ਦੀ ਜਗ੍ਹਾ ਬਣਾਓ, ਵੀ ਇੱਥੇ ਮਹਾਰਾਜ ਨੂੰ ਲਿਆ ਕੇ ਬਿਠਾਵਾਂਗੇ। ਕੋ ਸਤਨਾਮ।
ਭਜਨ ਬੰਦਗੀ ਵਾਲਾ ਕਮਰਾ ਵਿੱਚ ਮਾੜਾ ਮੋਟਾ ਕੋਈ ਹੋਣਾ ਚਾਹੀਦਾ ਵੀ ਇੱਥੇ ਬੈਠ ਕੇ ਭਜਨ ਵੀ ਕਰਨਾ ਹੈ ਆਪਾਂ। ਪਰ ਬਾਕੀ ਸਭ ਕੁਝ ਬਣਾ ਲੈਂਦਾ ਹੈ। ਤੇ ਜੇ ਮਹਾਰਾਜ ਦਾ ਕਮਰਾ ਬਣਾਉਣਾ ਹੋਵੇ ਤੇ ਫਿਰ ਵੇਖਦਾ ਵੀ ਜਿਹੜਾ ਆਪਣੇ ਵਰਤੋਂ 'ਚ ਥਾਂ ਨਹੀਂ ਆਉਂਦਾ, ਪੌੜੀਆਂ ਥੱਲੇ ਉੱਥੇ ਬਣਾ ਦਈਏ। ਕਹੋ ਸਤਨਾਮ ਸ੍ਰੀ। ਪੌੜੀਆਂ ਥੱਲੇ ਉਹ ਥਾਂ ਜਿਹਾ ਪਿਆ ਨਾ ਖੂੰਜਾ ਜਿਹਾ, ਉੱਥੇ ਬਣਾ ਲਾਂਗੇ ਆਪਾਂ। ਜਿਸ ਪਰਮੇਸ਼ਰ ਨੇ ਇੰਨਾ ਕੁਛ ਦਿੱਤਾ ਉਸ ਨੂੰ ਯਾਦ ਹੀ ਨਹੀਂ ਕਰਦਾ। ਕਹੋ ਸਤਨਾਮ ਸ੍ਰੀ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾ ਹੀ ਮਰਨ ਵਿਚਾਰਾ। ਮੇਰੇ ਪ੍ਰੀਤਮ ਜੀ ਕਹਿੰਦੇ ਭਲਿਆ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਇੱਥੇ ਥੋੜਾ ਸਮਾਂ ਰਹਿਣਾ ਹੈ, ਸੱਚਖੰਡ 'ਚ ਬਹੁਤਾ ਸਮਾਂ ਰਹਿਣਾ ਹੈ, ਉਹਦੀ ਗੱਲ ਯਾਦ ਹੀ ਨਹੀਂ ਕਰਦਾਗਾ। ਮੁਕਾਮ ਤਾਂ ਪਰ ਜਾਣੀ ਹੈ। ਪਾਤਸ਼ਾਹ ਜੀ ਇੱਥੇ ਨਾ ਮੁਸਲਮਾਨਾਂ ਨਾਲ ਗੱਲਬਾਤ ਕਰਦੇ ਹੈ। ਪਾਤਸ਼ਾਹ ਜੀ ਇੱਕ ਮਸੀਤ ਵਿੱਚ ਜਾ ਕੇ ਬੈਠ ਗਏ ਤੇ ਮੁਸਲਮਾਨ ਕਹਿੰਦੇ ਸਾਡਾ ਮੁਕਾਮ ਹੈ। ਬਾਬਾ ਜੀ ਕਹਿੰਦੇ ਤੁਹਾਡਾ ਮੁਕਾਮ ਹੈ। ਮੁਕਾਮ ਕਰਕੇ ਇੱਥੇ ਬੈਠੇ ਦੁਨੀਆ ਦੇ ਵਿੱਚ ਕਾਜੀ ਬਾਹੈ ਮੁਕਾਮ। ਮੁਕਾਮ ਤਾਂ ਕਰ ਜਾਣੀ ਹੈ ਜਾਂ ਰਹਿ ਨੇਚਲ ਲੋਕ। ਇੱਥੇ ਪੱਕਾ ਮਕਾਨ ਨਹੀਂ ਹੈ, ਟੈਂਪਰੇਰੀ ਆ ਸਰਾਂ। ਇੱਥੇ ਥੋੜਾ ਸਮਾਂ ਰਹਿਣ ਵਾਸਤੇ ਬਣਾਈ ਆ। ਕੋ ਸਤਨਾਮ ਸੀ। ਇਹਦਾ ਬੜਾ ਫਿਕਰ ਹੈ, ਉਹਦਾ ਫਿਕਰ ਘੱਟ ਹੈ ਜਿੱਥੇ ਸਦਾ ਰਹਿਣਾ। ਕੋ ਸਤਨਾਮ ਸੀ। ਨਿਤ ਚੱਲਣਾ ਕੀ ਧੋਖ, ਰੋਜ਼ ਮੌਤ ਦਾ ਫਿਕਰ ਬਣਿਆ ਰਹਿੰਦਾ, ਪਤਾ ਨਹੀਂ ਕਿਹੜੇ ਮੋੜ ਤੇ ਆ ਜੇ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ। ਤੈਨੂੰ ਉਸ ਘਰ ਦੀ ਚਿੰਤਾ ਨਹੀਂ ਜਿੱਥੇ ਸਦਾ ਰਹਿਣਾ। ਫਾਥੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ। ਮਹਾਰਾਜ ਕੌਣ ਬਚੂਗਾ? ਕਹਿੰਦੇ ਜਿਹੜੇ ਗੁਰੂ ਵਾਲੇ ਬਣ ਜਾਣਗੇ। ਗੁਰੂ ਉਹਨਾਂ ਨੂੰ ਉਸ ਪੱਕੇ ਘਰ 'ਚ ਲੈ ਜਾਊਗਾ ਜਿੱਥੋਂ ਦੁਬਾਰਾ ਇਹਨਾਂ ਹੇਠਲੀਆਂ ਟੇਢੀਆਂ ਜੂਨਾਂ 'ਚ ਨਹੀਂ ਆਉਣਾ ਪਊਗਾ। ਕਹੋ ਸਤਨਾਮ ਸ੍ਰੀ। ਨਹੀਂ ਤਾਂ ਮਿੱਤਰੋ ਫਿਰ ਦੁਬਾਰਾ 84 ਲੱਖ ਜੂਨਾ ਫਿਰ ਤਿਆਰ ਹੈ। ਇਹ ਚੱਕਰ ਚੱਲਦਾ ਰਹਿੰਦਾ। ਤਪੋ ਰਾਜ ਰਾਜੋ ਨਰਕ। ਕਹੋ ਸਤਨਾਮ ਸ੍ਰੀ। ਪ੍ਰੀਤਮ ਜੀ ਆਖਰੀ ਪੰਕਤੀਆਂ ਵਿੱਚ ਕਹਿੰਦੇ ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੇ। ਫਿਰ ਪੜ੍ਹ ਲੋ ਰਹਾਉ ਵਾਲੀ ਪੰਕਤੀ। ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫਕੜੈ ਸਾ ਮੁਕਦੀ ਚੱਲੀ ਰਹਿਣ। ਸੂਧੇ ਸੂਧੇ ਰੇਂਗ ਚਲੋ ਸਿੱਧੇ ਤੁਰੇ ਚਲੋ ਪਰਮੇਸ਼ਰ ਨਾਲ ਜੁੜ ਕੇ। ਪਿੱਛੋਂ ਮੌਤ ਧੱਕੇ ਦੇ ਰਹੀ ਹੈ ਬਈ ਛੇਤੀ ਪਹੁੰਚ, ਮੈਂ ਤੈਨੂੰ ਲੈ ਕੇ ਜਾਣਾ ਹੈ। ਕਹੋ ਸਤਨਾਮ ਸ੍ਰੀ। ਸੂਧੇ ਸੂਧੇ ਰੇਂਗ ਚਲੋ ਤੁਮ ਨਤਰਕ ਧੱਕਾ ਦਵਈ ਹੈ ਰੇ। ਮਾਰੇ ਬੂਢੇ ਤਰਨੇ ਭਈਆ ਸਭ ਹੂ ਜਮ ਲੈ ਜਈ ਹੈ ਰੇ। ਤੇ ਮੌਤ ਦੇ ਸਾਹਮਣੇ ਸਾਡੀ ਤਾਕਤ ਕਿੰਨੀ ਕੁ ਹੈ। ਰਾਵਣ ਕਹਿੰਦਾ ਸੀ ਬੜਾ ਤਕੜਾ, ਸਿਕੰਦਰ ਕਹਿੰਦਾ ਸੀ ਬੜਾ ਤਕੜਾ। ਆ ਵਰਤਮਾਨ ਦੇ ਰਾਜੇ ਇਹ ਵੀ ਕਹਿੰਦੇ ਅਸੀਂ ਬੜੇ ਤਕੜੇ ਆ, ਪਰ ਮੌਤ ਦੇ ਸਾਹਮਣੇ ਚੂਹੇ ਤੋਂ ਵੱਧ ਨਹੀਂ। ਕਹੋ ਸਤਨਾਮ ਸ੍ਰੀ। ਮਾਨਸ ਬਪਰਾ ਮੂਸਾ ਕੀਨੋ, ਬੰਦਾ ਚੂਹੇ ਦੀ ਨਿਆਈ। ਮੀਚ ਬਲਈਆ ਖਈ ਹੈ ਰੇ। ਤੇ ਮੌਤ ਬਿੱਲੇ ਵਰਗੀ ਆ, 1 ਮਿੰਟ ਝਪਟ ਮਾਰ ਕੇ ਲੈ ਜਾਊਗੀ। ਉਸ ਤੋਂ ਪਹਿਲਾਂ ਪਹਿਲਾਂ ਕਿੱਥੇ ਜਾਣਾ ਉਹ ਘਰ ਦੇਖ ਲੈ ਤਾਂ ਕਿ ਸਿੱਧਾ ਚਲਿਆ ਜਾਵੇ, ਕਿਤੇ ਰਾਹ 'ਚ ਹੀ ਨਾ ਫਸੇ। ਕਹੋ ਸਤਨਾਮ ਸ੍ਰੀ। ਇਹ ਤਾਂ ਫਿਰ ਜਿਉਂਦੇ ਜਿਉਂਦੇ ਜਾਣਨਾ ਚਾਹੀਦਾ ਨਾ। ਜਿੱਦੇ ਯਾਤਰਾ ਤੁਰਨਾ ਪਿਆ ਉਹਦੇ ਤੂੰ ਨਕਸ਼ਾ ਭਾਲੇ ਵੀ ਕਿੱਧਰ ਦੀ ਜਾਵਾਂ, ਫਿਰ ਤਾਂ ਕੰਮ ਔਖਾ ਹੀ ਹੋ ਜਾਣਾ। ਉਦੋਂ ਪਹਿਲਾਂ ਉਹ ਨਕਸ਼ਾ ਗੁਰੂ ਤੋਂ ਪੁੱਛ ਲਾ ਕਿੱਧਰ ਦੀ ਜਾਣਾ। ਕਹੋ ਸਤਨਾਮ ਸ੍ਰੀ। ਪ੍ਰੀਤਮ ਜੀ ਆਖਰੀ ਪੰਕਤੀਆਂ ਵਿੱਚ ਕਹਿੰਦੇ ਫਾਥੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ। ਜਿਹੜੇ ਗੁਰੂ ਦੇ ਪੈਰੀ ਪੈ ਗਏ ਉਹ ਫਸਣ ਤੋਂ ਬਚ ਗਏ। ਕੋਈ ਰੱਖ ਨ ਸਕਾਈ ਦੂਜਾ ਕੋ ਨਾ ਦਿਖਾਏ। ਇਹ ਵੀ ਯਾਦ ਕਰਿਓ ਕਿ ਤੁਹਾਨੂੰ ਮੌਤ ਤੋਂ ਕੋਈ ਬਚਾ ਕੇ ਰੱਖ ਨਹੀਂ ਸਕਦਾ ਵੀ ਚੱਲ ਕੋਈ ਨਹੀਂ ਰਹਿ ਪੋ ਤੁਸੀਂ। ਕੋਈ ਰਹਿ ਨਹੀਂ ਸਕਦਾ ਸਦਾ ਇੱਥੇ, ਸਭ ਨੂੰ ਜਾਣਾ ਪੈਣਾ। ਕਿ ਜਿਵੇਂ ਇੱਕ ਬੱਚੀ ਨੂੰ ਵਿਆਹੁਣੇ ਆਪਾਂ, ਵਿਆਹ ਤੋਂ ਪਹਿਲਾਂ 20-25 ਸਾਲ ਉਹ ਮਾਂ ਪਿਓ ਕੋਲੇ ਰਹਿੰਦੀ ਆ, ਚਾਚੇ ਤਾਇਆਂ ਕੋਲੇ ਰਹਿੰਦੀ ਆ, ਨਾਨਕੀ ਵੀ ਜਾਂਦੀ ਆ, ਭੂਆ ਕੋਲੇ ਵੀ ਜਾਂਦੀ ਆ ਮਿਲਣ ਵਾਸਤੇ। ਪਰ ਜਿੰਨੀਆਂ ਸਕੀਰੀਆਂ ਸਾਰੀਆਂ ਜਿੱਦੇ ਵਿਆਹ ਹੁੰਦਾ ਇਕੱਠੇ ਵੀ ਹੁੰਦੇ ਆ ਉੱਥੇ। ਤੇ ਜਦੋਂ ਲਾਵਾਂ ਹੋ ਜਾਂਦੀਆਂ, ਵਿਆਹ ਹੋ ਜਾਂਦੀਆਂ ਤੇ ਲੈ ਕੇ ਲਾੜਾ ਉਸ ਨੂੰ ਤੁਰਦਾ ਉਹਦੇ ਘਰ ਵਾਲਾ, ਫਿਰ ਉਹ ਸਾਰਿਆਂ ਦੇ ਗਲੇ ਲਾ ਲਗਾ ਰੋਂਦੀ ਆ ਕਿ ਮੈਨੂੰ ਰੱਖ ਲਓ।
अपने हथी जोल के कहगा लगे धाए, तू अपने हथी इहो जे कर्म कीते आ, हुण तू दूजियां दे गले ला के रोना, हुण ते कर्म भोगने पैणे आ। को सतनाम श्री। बाबा फरीद जी का बचन है, जित दिहाड़े धनवरी साहे लए लिखाए। जिदे लड़की का आपां गल पक्की कीती उदे विआह का दिन भी लिखता, ते जिदे आपां नूं भेजिया उदे मौत का दिन भी लिख के भेजिया। को सतनाम श्री। जित दिहाड़े धनवरी साहे लए लिखाए। मलक जे कन्नी सुनी दा, वड्डे वड्डे मलक हुंदे आ, मलक भागो भाव राजे अमीर होर बहुत बहुत वड्डे वड्डे है किते। मलक जे कन्नी सुनी दा मोह दिखाले आए, दिखाओ मैनू कोई जिहड़े मर गए है किते। जिंदन मानी कढ़िया हड्डां को कड़काए, अगले धौन मरोड़ के कढ़ के लै जाणगे। जिंद वहोटी मरन वर लै जासी परनाए। अपन हथी जोल के कहगा लगे धाए, फिर तू किनू कहेगा मैनू रोक लो। को सतनाम सी। उदों पहला पहला आपदे घर का इंतजाम कर ला, जिथे मरण तो बाद जाना है। अगली यात्रा मरण तो बाद शुरू होनी है जीव की, वो यात्रा के बारे गुरु दसेगा किवें जा सकदा है। को सतनाम श्री। कहगा लगे धाए, वालों निकी पुरसलात कन्नी ना सुनी आए। एक होर गल याद आ गई, जब जम लैके जाते हैं ना अग दे समुंदर विच दी, भीड़े रस्ते विच दी, जीव कहता यार अग मचदी है, किसी होर रस्ते लै जाओ। कहें तू किसी सुख दिता, तेनू होर रस्ते ले जाइए। कहना रस्ता बड़ा भीड़ है, इथों नहीं किवें लंघांगे यार, कोई खुला रस्ता है नहीं। कबीर साहब नूं पुछिया कोई मोकला रस्ता दस दिओ। कबीर साहब जी कहते जे गुरु कृपा करे तो खुले रस्ते तां ही ले जा सकदा है, नहीं तो जमदूत तां भीड़े रस्ते ले जाणगे। को सतनाम भीड़ो मोकला ही कीतियां न, रखा कुटुंबे नाल गुरु सानू मोकले रस्ते विच दी ले जा सकदा है परमेश्वर कोल। को सतनाम श्री। आखिरी पंक्ति विच प्रीतम जी कहते फाथे से निकले, जे गुर की पैरी पाहे, कोई रख न सकई दूजा को ना दिखाए। चारे कुंडा भाल के मैं वेख के आया। नानके भी कहते असी नहीं रख सकते, दादके भी कहते असी नहीं रख सकते, तो फिर बच्ची कित्थे रह सकती है सदा? अपने पति कोल। को सतनाम श्री। असी कित्थे रह सकते हैं सदा? गुरु अर्जन देव जी कहते चारे पासे देख लिया, कोई ठिकाना नहीं हैगा। कनेडा अमरीका जाके भी मर जाएंगे, इत्थे भी मरनगे। को सतनाम श्री। चारे कुंडा भाल के महाराज मैं देख लिया, मौत किते नहीं छड्डदी। आए पिया शरनाए, ए तू बचा सकदा तो बचा लै। को सतनाम श्री। आए पिया शरनाए, नानक सच्चे पातशाह डुबदा लिया कढ़ाए, कहना आ जा फिर जो शरने आवे तिस कंठ लगावे। ये बिरध सवांदी समामी संदा, इन्हें बाह फड़ ली, डुबदे डुबदे नूं मैनू इन्हें नरक चों कढ़ के आपदे गले ला लिया। आपां भी आस करदे हां प्रभु मोए कब गल लावोगे। आपां नूं कदों गले लावेगा? कदों? जदों गुरु वाले बनांगे, जदों गुरु की गल सुनांगे, जदों गुरमत अनुसार जीवन बतीत करांगे। सो सिख सखा बंद पै भाई, जे गुर के भाने विच आवे, अपने भाने जो चले भाई, विछड़ चोटां खावे। इस करके गुरु वाले बनीए, अमर की दात प्राप्त करिए, नाल नाल गुरबाणी नूं विचारीए। इत्थे भी विचार सुनदे हो जी आयां नूं, पर घरे भी कोशिश करिया करो। सामने पोथी खोल के शब्द खोल के दिमाग लाओ उस ते। जे तुसी कोशिश करोगे तो गुरु कृपा करेगा। चरण शरण गुरु एक पैंडा जाए चल, सतगुरु कोट पैंडा आग्या होए लेत है। इस करके गुरु कृपा करनगे। पर आपां आए कि लैना, ये पंक्ति याद रखो, प्राणी तू आया लाहा लैन, लगा कित कुफक्कड़ है। सम्मुखदी चली रहन विचारा इत्थे रोकदे आ, बोलदियां ने का अखर बाद घाट हो जांदे। सिख संगतां ते सतगुरु बख्शण योग बख्श लैना जी। समाप्ति करिए। मिलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु।